ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਨੰਬਰ 274 ਨੌਵੀਂ ਅਸ਼ਟਪਦੀ ਦੀ ਆਪਾਂ ਆਰੰਭਤਾ ਕਰਨੀ ਹੈ। ਸ਼ਲੋਕ ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ। ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ। ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ। ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ। ਉਰ ਧਾਰੈ ਜੋ ਅੰਤਰ ਨਾਮ। ਉਰ ਧਾਰੈ ਜੋ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰ ਲੈਂਦਾ ਹੈ, ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ। ਸਰਬ ਮੈਂ ਭੇਖੈ ਭਗਵਾਨ। ਸਾਰਿਆਂ ਦੇ ਵਿੱਚੋਂ ਹੁਣ ਭਗਵਾਨ ਨੂੰ ਵੇਖਦਾ ਹੈ। ਕੇਵਲ ਉਹਦੇ ਸਾਰਿਆਂ ਦੇ ਵਿੱਚੋਂ ਇੱਕ ਦੀ ਜੋਤ ਨਜ਼ਰ ਆਉਂਦੀ ਹੈ, ਸਭ ਦੇ ਵਿੱਚੋਂ ਭਗਵਾਨ। ਜਿਸ ਵੱਲ ਵੀ ਨਜ਼ਰ ਕਰੇਗਾ, ਜਿਸ ਵੱਲ ਵੇਖੇਗਾ, ਉਹਦੇ ਵੱਲ ਹੀ ਉਸ ਨੂੰ ਪਰਮਾਤਮਾ ਨਜ਼ਰ ਆਉਂਦਾ। ਉਹੀ ਪਰਮਾਤਮਾ ਦਾ ਰੂਪ ਲੱਗਦਾ ਹੈ। ਵੀ ਜਿਵੇਂ ਪਰਮਾਤਮਾ ਹੀ ਪ੍ਰਤੱਖ ਖਲੋਤਾ ਹੋਵੇ, ਸਾਹਮਣੇ ਖਲੋਤਾ ਹੋਵੇ। ਸਰਬ ਮੈਂ ਭੇਖੈ ਭਗਵਾਨ। ਸਾਰਿਆਂ ਦੇ ਵਿੱਚ ਉਸ ਭਗਵਾਨ ਨੂੰ ਵੇਖਦਾ। ਨਿਮਕ ਨਿਮਕ ਠਾਕੁਰ ਨਮਸਕਾਰੈ। ਨਿਮਕ ਦਾ ਅਸੀਂ ਅਰਥ ਹੈ ਅੱਖ ਝਪਕਣ ਦੇ ਸਮੇਂ ਤੱਕ, ਭਾਵ ਹਰ ਸਮੇਂ। ਵੀ ਅੱਖ ਝਪਕਣ ਦੇ ਸਮੇਂ ਤੋਂ ਲੈ ਕੇ, ਜਿਹਨੂੰ ਤੁਸੀਂ ਇੱਦਾਂ ਕਹਿ ਲਵੋ ਵੀ ਥੋੜ੍ਹਾ ਜਿਹਾ ਵੀ ਤਿਲ ਮਾਤਰ ਵੀ ਇਹੋ ਜਿਹਾ ਸਮਾਂ ਨਹੀਂ ਵੀ ਜਿਹਦੇ ਅੰਦਰ ਉਹ ਪਰਮਾਤਮਾ ਯਾਦ ਨਾ ਆਵੇ ਅਤੇ ਉਹਨੂੰ ਨਮਸਕਾਰ ਨਾ ਕਰੇ, ਠਾਕੁਰ ਨੂੰ ਨਮਸਕਾਰ ਨਾ ਕਰੇ। ਨਾਨਕ ਉਹ ਹੋੜਾ ਲੱਗਾ ਹੋਇਆ ਹੈ। ਨਾਨਕ ਉਹ ਅਪਰਸ। ਅਪਰਸ ਦਾ ਅਰਥ ਹੈ ਜਿਹਨੂੰ ਪਹੁੰਚ ਨਹੀਂ ਜਾ ਸਕਦਾ, ਜਿਹਨੂੰ ਛੂਹਿਆ ਨਹੀਂ ਜਾ ਸਕਦਾ। ਸਗਲ ਨਿਸਤਾਰੈ। ਸਤਿਗੁਰੂ ਜੀ ਕਿਰਪਾ ਕਰਦੇ ਹੀ ਨਾਨਕ ਉਹ ਜਿਹੜਾ ਮਨੁੱਖ ਹੈ ਉਹ ਅਪਰਸ ਬਣ ਜਾਂਦਾ ਹੈ, ਜਿਹਨੂੰ ਕੋਈ ਵੀ ਵਿਕਾਰ, ਕੋਈ ਵੀ ਚੀਜ਼ ਉਹਨੂੰ ਪਹੁੰਚ ਨਹੀਂ ਸਕਦੀ। ਅਤੇ ਇਹੋ ਜਿਹਾ ਜਿਹੜਾ ਮਨੁੱਖ ਹੈ ਜਿੱਥੇ ਆਪ ਧਰਦਾ ਹੈ ਅਤੇ ਹੋਰਨਾਂ ਨੂੰ ਵੀ ਤਾਰਦਾ ਹੈ। ਸਗਲ, ਸਗਲ ਦਾ ਅਰਥ ਸਾਰਿਆਂ ਨੂੰ, ਨਿਸਤਾਰੈ ਤਾਰਦਾ ਹੈ। ਅਸ਼ਟਪਦੀ ਥੋੜ੍ਹਾ ਜਿਹਾ ਇੱਧਰ ਆ ਜਾਓ ਨਾ, ਇਹਦੇ ਜੋ ਫੁੱਲ ਸਟੋਪ 'ਤੇ ਦਿੱਤਾ ਹੋਇਆ, ਇਸ ਚੀਜ਼ ਨੂੰ ਸਮਝ ਲੱਗ ਜਾਵੇਗੀ। ਵੈਸੇ ਮੋਟਾ ਮੋਟਾ ਮੈਂ ਦੱਸ ਦੇਵਾਂ, ਇਹਦੇ ਵਿੱਚ ਕੁਝ ਇਹੋ ਜਿਹੇ ਮਨੁੱਖਾਂ ਨੂੰ ਬਿਆਨ ਕੀਤਾ ਵੀ ਜਿਹੜੇ ਆਪਣੇ ਆਪ ਨੂੰ ਪਰਮਾਤਮਾ ਦਾ ਰੂਪ ਦੱਸਦੇ ਨੇ ਵੀ ਅਸੀਂ ਹੀ ਭਗਤ ਹਾਂ,
ਅਸੀਂ ਹੀ ਪ੍ਰਮਾਤਮਾ ਦੇ ਸੇਵਕ ਹਾਂ। ਜਿਵੇਂ ਵੈਸ਼ਨੂ ਲਾ ਲਵੋ, ਪੰਡਿਤ ਲਾ ਲਵੋ, ਵੀ ਆਪਣੇ ਆਪ ਨੂੰ ਸੇਵਕ ਦਾ, ਪ੍ਰਮਾਤਮਾ ਦਾ ਦਾਸ ਕਹਿਣ ਵਾਲਾ ਲਾ ਲਵੋ, ਕੋਈ ਵੀ ਮਨੁੱਖ। ਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਪੜ੍ਹ ਲਈਏ। ਗੁਰੂ ਜੀ ਆਪਣੇ ਵੱਲੋਂ ਇੱਕ ਆਦਰਸ਼ਕ ਮਨੁੱਖ ਦੀ ਝਾਕੀ ਦੱਸ ਕੇ ਹੁਣ ਹੋਰਨਾਂ ਵਿੱਚ ਪ੍ਰਚਲਿਤ ਮਨੁੱਖੀ ਆਦਰਸ਼ ਦੇ ਨਮੂਨੇ ਲੈਂਦੇ ਹਨ। ਅਪਰਸ, ਵੈਸ਼ਨੋ, ਭਗਉਤੀ, ਪੰਡਿਤ ਆਦਿ ਇਹਨਾਂ ਨੂੰ ਇੱਕ ਇੱਕ ਕਰਕੇ ਲੈਂਦੇ ਹਨ। ਜੋ ਊਣਤਾਈਆਂ ਇਹਨਾਂ ਨਮੂਨਿਆਂ ਵਿੱਚੋਂ ਆਪੋ ਆਪਣੀਆਂ ਸਨ, ਜਿਹੜੀਆਂ ਸਤਿਗੁਰਾਂ ਨੂੰ ਇਹਨਾਂ ਦੇ ਵਿੱਚੋਂ ਊਣਤਾਈਆਂ ਲੱਗੀਆਂ ਵੀ ਇਹਦੇ ਵਿੱਚ ਆਹ ਕਮੀਆਂ ਨੇ, ਇਹੋ ਜਿਹੀ ਪੂਰੇ ਨਹੀਂ, ਇਹਨਾਂ ਦੇ ਵਿੱਚ ਇਹ ਊਣਤਾਈਆਂ ਨੇ, ਤੇ ਉਹ ਦੱਸ ਕੇ ਇਹਨਾਂ ਨੂੰ ਪੂਰਨ ਕਰ ਵਿਖਾਉਂਦੇ ਹਨ। ਤੇ ਉਹਨਾਂ ਨੂੰ ਫਿਰ ਪੂਰਨ ਕਿਵੇਂ ਹੋ ਸਕਦਾ ਵੀ ਜਿਹੜੀਆਂ ਉਹਨਾਂ ਦੇ ਵਿੱਚ ਊਣਤਾਈਆਂ ਨੇ, ਇਹਨਾਂ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ। ਜਿਵੇਂ ਅਪਰਸ਼ ਨੂੰ ਲਿਆ ਹੈ, ਅਪਰਸ਼ ਉਹ ਨਹੀਂ ਜੋ ਧਾਤ ਨੂੰ ਨਹੀਂ ਛੂੰਹਦਾ, ਸਗੋਂ ਉਹ ਹੈ ਜੋ ਹਰ ਤਰ੍ਹਾਂ ਦੇ ਵਿਕਾਰ ਤੋਂ ਬਚ ਕੇ ਰਹਿੰਦਾ ਹੈ। ਉੱਪਰ ਵੀ ਦੱਸਿਆ ਜੋ ਵਿਕਾਰਾਂ ਤੋਂ ਰਹਿਤ ਹੈ, ਜਿਹਨੂੰ ਵਿਕਾਰ ਪਾਉ ਨਹੀਂ ਸਕਦੇ, ਜਿਹਦੇ ਮਨ ਦੇ ਉੱਤੇ ਵਿਕਾਰ ਪ੍ਰਭਾਵ ਨਹੀਂ ਪਾਉਂਦੇ। ਵੈਸ਼ਨੋ ਉਹ ਨਹੀਂ ਜੋ ਨਿਰਾ ਜੀਵ ਨਹੀਂ ਮਾਰਦਾ। ਮਨੁੱਖ ਕਹਿੰਦਾ ਵੀ ਮੈਂ ਬੜਾ ਵੈਸ਼ਨੂ ਆ, ਵੀ ਮੈਂ ਤੇ ਮਾਸ ਦੇ ਨੇੜੇ ਨਹੀਂ ਲੱਗਦਾ, ਵੀ ਮੈਂ ਤੇ ਜੀਵ ਹੱਤਿਆ ਹੀ ਨਹੀਂ ਕਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਵੀ ਭਾਈ ਉਹ ਨਹੀਂ ਕੇਵਲ ਵੈਸ਼ਨੂ ਵੀ ਜਿਹੜਾ ਕੇਵਲ ਤੇ ਕੇਵਲ ਸੰਸਾਰਿਕ ਤੌਰ ਤੇ ਜੀਵਾਂ ਨੂੰ ਨਾ ਮਾਰਦਾ, ਨਹੀਂ ਮਾਰਦਾ ਹੈ, ਬਲਕਿ ਉਹ ਹੈ ਜੋ ਇਸ ਦਇਆ ਦੀ ਹੱਦ ਨੂੰ ਖੁੱਲ੍ਹ ਕੇ ਸਭ ਉੱਪਰ ਹੋਵਤ ਕਿਰਪਾਲ, ਸਾਰਿਆਂ ਦੇ ਉੱਪਰ ਦਇਆ ਕਰਦਾ, ਸਾਰਿਆਂ ਦੇ ਉੱਪਰ ਰਹਿਮਤ ਕਰਦਾ। ਇਹ ਨਾ ਹੋਵੇ ਕਿ ਗਾਂ ਬੱਕਰੀ ਤਾਂ ਬਚਾ ਲਈ ਪਰ ਮਨੁੱਖਾਂ ਦੇ ਗਲੇ ਵੜਦਾ ਰਹੇ, ਦੂਜੇ ਪਾਸੇ ਜੀਵਾਂ ਨੂੰ ਛੱਡ ਦੇਵੇ ਪਰ ਲੋਕਾਂ ਨੂੰ ਲੁੱਟਣ ਦਾ ਕੰਮ ਕਰਦਾ ਰਹੇ, ਲੋਕਾਂ ਨੂੰ ਲੁੱਟੇ। ਗਲਾ ਵੱਢਣਾ ਸੀ ਇਹਨੂੰ ਕਹਿੰਦੇ ਆ ਨਾ, ਵੀ ਹੱਥ ਵੱਢ ਲਏ, ਭਾਵ ਜੋ ਕੁਝ ਉਹਦੇ ਕੋਲ ਹੈ, ਕੋਈ ਜ਼ਮੀਨ ਜਾਇਦਾਦ ਹੈ, ਉਹਦੇ ਕੋਲੋਂ ਲਿਖਾ ਲੈਣਾ ਵੀ ਇਹਦੇ ਹੱਥ ਵੱਢੇਗੇ, ਉਹਦੇ ਕੋਲੋਂ ਖੋਹ ਲੈਣਾ। ਇਹਨੂੰ ਅਸੀਂ ਹੱਥ ਵੱਢੇ ਕਹਿੰਦੇ ਆ, ਵੀ ਹੱਥ ਵੱਢ ਲਏ। ਇੱਕ ਸ਼ਬਦ ਵਰਤੇ ਜਾਂਦੇ ਨੇ, ਅਲੰਕਾਰ ਵਰਤੇ ਜਾਂਦੇ ਨੇ। ਤੇ ਸਤਿਗੁਰੂ ਜੀ ਤੇ ਫਿਰ ਜਿਹੜੀਆਂ ਉਹਨਾਂ ਦੇ ਵਿੱਚ ਊਣਤਾਈਆਂ ਨੇ ਉਹ ਪੂਰੀਆਂ ਕਿਵੇਂ ਹੋ ਸਕਦੀਆਂ ਨੇ। ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਰੇ ਨੇ, ਜਿਨ੍ਹਾਂ ਨੇ ਆਪਣੇ ਉੱਪਰ ਇਹ ਲੈਵਲ ਲਾਇਆ ਹੋਇਆ, ਲੇਬਲ ਲਾ ਲਵੋ, ਲਾਇਆ ਹੋਇਆ, ਉਹਨਾਂ ਦੇ ਵਿੱਚ ਹਜੇ ਊਣਤਾਈਆਂ ਨੇ ਤੇ ਉਹ ਪੂਰੀਆਂ ਕਿਵੇਂ ਹੋ ਸਕਦੀਆਂ। ਤੇ ਇਹ ਨਾ ਹੋਵੇ ਕਿ ਗਾਂ ਬੱਕਰੀ ਤਾਂ ਬਚਾ ਲਈ ਪਰ ਮਨੁੱਖਾਂ ਦੇ ਗਲੇ ਵੱਢਦਾ ਰਿਹਾ। ਭਗਉਤੀ ਲੋਕਾਂ ਨੂੰ ਭਰਮ ਛੱਡਣਾ ਦੱਸਦਾ ਹੈ, ਵੀ ਦੂਸਰਿਆਂ ਨੂੰ ਭਰਮਾਂ ਦੇ ਵਿੱਚੋਂ ਕੱਢਦਾ, ਜਿਸ ਵਿੱਚ ਪੈ ਕੇ ਕਦੀ ਇਸ ਅਵਤਾਰ ਤੇ ਕਦੀ ਉਸ ਅਵਤਾਰ ਦੀ ਪੂਜਾ ਕਰਦੇ ਹਨ। ਜਿਹਦੇ ਵਿੱਚ ਭਰਮਾਂ 'ਚ ਪੈ ਕੇ ਕਦੇ ਇਹਨੂੰ ਮੰਨਦਾ ਕਦੇ ਉਹਨੂੰ ਮੰਨਦਾ, ਕਿਧਰੇ ਦੇਵੀ ਦੇ ਇਸ ਰੂਪ ਨੂੰ ਤੇ ਕਿਧਰੇ ਉਸ ਰੂਪ ਨੂੰ ਮੰਨਦੇ, ਉਸ ਅਵਤਾਰ ਦੀ ਪੂਜਾ ਕਰਦੇ ਹਨ, ਕਿਧਰੇ ਦੇਵੀ ਦੇ ਇਸ ਰੂਪ ਨੂੰ ਤੇ ਕਦੀ ਉਸ ਰੂਪ ਨੂੰ ਮੰਨਦੇ ਸਨ। ਉਹਨਾਂ ਲਈ ਆਪਣੀ ਮਤ ਨੂੰ ਉੱਤਮ ਕਰਕੇ ਇੱਕ ਅਕਾਲ ਪੁਰਖ ਨੂੰ ਮੰਨਣਾ ਦੱਸਿਆ ਹੈ। ਵੀ ਇਹ ਦੱਸਿਆ ਵੀ ਭਾਈ ਸਭ ਦੇ ਵਿੱਚ ਜੇਕਰ ਨਿਰੰਕਾਰ ਵਸ ਰਿਹਾ, ਸਾਰਿਆਂ ਦੇ ਵਿੱਚ ਭਗਵਾਨ ਹੈ, ਫਿਰ ਦੁਬਿਧਾ ਦੇ ਵਿੱਚ ਕਿਉਂ ਪੈਂਦੀ ਹੋ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਏ। ਉਹੀ ਗੱਲ ਆ ਗਈ ਵੀ ਬੰਦਾ ਦੁਬਿਧਾ ਦੇ ਵਿੱਚ ਹੋਵੇਗਾ, ਬੰਦੇ ਦਾ ਮਨ ਦੁਚਿੱਤੇਪਣ ਦੇ ਵਿੱਚ ਹੈ, ਉਹ ਨਾ ਇੱਧਰ ਦਾ ਨਾ ਉੱਧਰ ਦਾ। ਹੁਣ ਇਹੀ ਗੱਲ ਹੈ ਨਾ ਵੀ ਸਾਰਾ ਸੰਸਾਰ ਹੀ ਅੰਧ ਵਿਸ਼ਵਾਸਾਂ ਦੇ ਵਿੱਚ, ਭਰਮਾਂ ਦੇ ਵਿੱਚ ਪਿਆ ਹੋਇਆ। ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਥੋੜ੍ਹਾ ਜਿਹੇ ਸਮੇਂ ਨੂੰ ਪਹਿਲਾਂ ਨੂੰ ਪੜ੍ਹਦੇ ਆ ਇਤਿਹਾਸਕਾਰਾਂ ਨੂੰ, ਤੇ ਇਤਿਹਾਸਕਾਰ ਆਖਦੇ ਨੇ ਇੱਥੋਂ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਮਨੋਤ ਬਣ ਚੁੱਕੀ ਸੀ, ਜਿਹੜਾ ਜਿਸ ਨੂੰ ਚੰਗਾ ਲੱਗਦਾ ਸੀ ਉਹਨੂੰ ਉਹ ਰੱਬ ਦਾ ਰੂਪ ਮੰਨ ਲੈਂਦਾ ਸੀ। ਘਰ ਦੇ ਵਿੱਚ ਜਿੰਨੇ ਪਰਿਵਾਰ ਦੇ ਮੈਂਬਰ ਓਨੇ ਹੀ ਰੱਬ। ਜਿਸ ਨੂੰ ਜਿਹੜਾ ਚੀਜ਼ ਚੰਗੀ ਲੱਗੀ ਉਹਨੇ ਉਸ ਨੂੰ ਰੱਬ ਮੰਨ ਕੇ ਬਹਿ ਗਿਆ ਵੀ ਮੇਰੇ ਲਈ ਇਹ ਰੱਬ ਹੈ। ਤੇ ਘਰ ਦੇ ਵਿੱਚ ਜਿੰਨੇ ਮੈਂਬਰ ਸਨ ਓਨੇ ਹੀ ਰੱਬ ਬਣ ਗਏ ਸਨ। ਪਰ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ, ਭਾਈ ਰੱਬ ਇੱਕ ਹੈ, ਅਸੀਂ ਤੇ ਕੇਵਲ ਉਹਦੀ ਅੰਸ਼ ਹਾਂ।
ਉਹ ਸਾਡੇ ਅੰਦਰ ਮੌਜੂਦ ਹੈ। ਤੇ ਜੇਕਰ ਮਨੁੱਖ ਸਹੀ ਰਸਤੇ ਦੇ ਉੱਤੇ ਚੱਲੇਗਾ ਤੇ ਉਹਨੂੰ ਫਿਰ ਸਾਰੇ ਸੰਸਾਰ ਦੇ ਅੰਦਰ ਰੱਬ ਨਜ਼ਰ ਆਵੇਗਾ। ਪੰਡਿਤ ਲੋਕੀ ਆਮ ਕਰਕੇ ਨਾਮ ਰਸ ਤੋਂ ਸਖਣੇ ਕੁੰਤਰੀ ਫਿਲਾਸਫਰ ਹੁੰਦੇ ਸਨ। ਉਹਨਾਂ ਨੂੰ ਰਸੀਆ ਬਣਨ ਲਈ ਕਿਹਾ ਹੈ ਅਤੇ ਨਿਰਾ ਉੱਚ ਜਾਤੀਆਂ ਨੂੰ ਹੀ ਨਹੀਂ ਬਲਕਿ ਮਨੁੱਖ ਮਾਤਰ ਨੂੰ ਧਾਰਮਿਕ ਸਿੱਖਿਆ ਦਾ ਪਾਤਰ ਬਣਾਉਣ ਲਈ ਪ੍ਰੇਰਿਆ ਹੈ। ਗੁਰੂ ਸਾਹਿਬ ਦੇ ਬਿਆਨ ਕਰਨ ਦੇ ਢੰਗ ਦੀ ਖੂਬੀ ਇਹ ਹੈ ਕਿ ਕਿਸੇ ਦੀ ਉਮਤਾਈ ਉੱਤੇ ਚੋਟ ਨਹੀਂ ਕੀਤੀ, ਵੀ ਇਹ ਨਹੀਂ ਆਖਿਆ ਵੀ ਹਾਂ ਵੀ ਤੂੰ ਕਿਉਂ ਬਣਿਆ, ਕਿਸੇ ਦੇ ਤਰਕ ਨਹੀਂ ਕੀਤਾ। ਕੇਵਲ ਉਹਨੂੰ ਇਹ ਸਮਝਾਇਆ ਵੀ ਜੇਕਰ ਤੂੰ ਆਪਣੇ ਆਪ ਨੂੰ ਅਖਵਾਰੇ ਹੈ, ਕਿਉਂਕਿ ਜਦੋਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿਤੇ ਵੀ ਸਾਨੂੰ ਇਹ ਗੱਲ ਨਹੀਂ ਨਜ਼ਰ ਆਵੇਗੀ ਵੀ ਕਿਸੇ ਹਿੰਦੂ ਵੀਰ ਨੂੰ ਇਹ ਗੱਲ ਆਖੀ ਹੋਵੇ ਤੂੰ ਸਿੱਖ ਬਣ। ਸਤਿਗੁਰੂ ਜੀ ਕਿਰਪਾ ਕਰਦੇ ਵੀ ਜੇ ਤੂੰ ਹਿੰਦੂ ਹੈ, ਪੰਡਿਤ ਆਪਣੇ ਆਪ ਨੂੰ ਅਖਵਾਉਣਾ ਤੇ ਤੂੰ ਆਪਣੇ ਫਰਜ਼ਾਂ ਨੂੰ ਪਹਿਚਾਨ ਲੈ। ਜੇਕਰ ਮੁਸਲਮਾਨ ਹੈ ਤੇ ਮੁਸਲਮਾਨ ਨੂੰ ਇਹ ਗੱਲ ਨਹੀਂ ਆਖੀ ਤੂੰ ਸਿੱਖ ਬਣ ਜਾ। ਤੇ ਸਤਿਗੁਰਾਂ ਨੇ ਇਹ ਗੱਲ ਆਖੀ ਵੀ ਅਸਲ ਦੇ ਵਿੱਚ ਜਿਹੜਾ ਮੁਸਲਮਾਨ ਦੇ ਫਰਜ਼ ਨੇ ਉਸ ਫਰਜ਼ ਨੂੰ ਪਹਿਚਾਨ। ਵੀ ਜੇਕਰ ਤੂੰ ਕਹਿੰਦਾ ਵੀ ਆਪਣੇ ਫਰਜ਼ਾਂ ਨੂੰ ਪਹਿਚਾਨ, ਜੋ ਤੇਰੇ ਰਹਿਬਰ ਆਖਦੇ ਨੇ, ਜੋ ਤੇਰੇ ਦੇਵਤੇ ਆਖਦੇ ਨੇ, ਉਸ ਚੀਜ਼ ਨੂੰ ਮੰਨ। ਤੇ ਕੇਵਲ ਸਤਿਗੁਰਾਂ ਨੇ ਇਹਦੇ ਵਿੱਚ ਉਹਨਾਂ ਦੇ ਵਿੱਚ ਜੋ ਊਣਤਾਈਆਂ ਵੇਖੀਆਂ, ਜੋ ਕਮਜ਼ੋਰੀਆਂ ਵੇਖੀਆਂ, ਜੋ ਘਾਟ ਵੇਖੀ, ਉਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਵੀ ਅਸਲ ਦੇ ਵਿੱਚ ਉਹ ਹੈ ਕੌਣ। ਜੇਕਰ ਇਹ ਪੂਰੇ ਹੋ ਜਾਣ ਤੇ ਅਕਾਲ ਦਾ ਰੂਪ ਬਣ ਸਕਦੇ ਨੇ, ਪਰਮਾਤਮਾ ਦਾ ਰੂਪ ਬਣ ਸਕਦੇ ਨੇ। ਜੋ ਗੱਲਾਂ ਕਰਨੀਆਂ ਚਾਹੀਦੀਆਂ ਹਨ ਉਹੀ ਦਸੀਆਂ ਹਨ, ਜਿਨ੍ਹਾਂ ਤੋਂ ਮਨੁੱਖ ਆਪੇ ਜਾਣ ਲੈਂਦਾ ਹੈ ਕਿ ਮੇਰੇ ਵਿੱਚ ਕਿਸ ਕਿਸ ਗੱਲ ਦਾ ਘਾਟਾ ਹੈ। ਹੁਣ ਹਰੇਕ ਮਨੁੱਖ ਨੂੰ ਪਤਾ ਹੈ ਵੀ ਮੇਰੇ ਵਿੱਚ ਕਮਜ਼ੋਰੀ ਕੀ ਹੈ। ਵੀ ਇਹਨਾਂ ਤੇ ਬੰਦਾ ਕੋਈ ਵੀ ਅਣਜਾਣ ਨਹੀਂ ਹੁੰਦਾ, ਭਾਵੇਂ ਮੈਂ ਵਾਂ ਭਾਵੇਂ ਤੁਸੀਂ ਹੋ। ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਅੰਦਰ ਇਹ ਘਾਟ ਹੈ, ਮੇਰੇ ਅੰਦਰ ਇਹ ਕਮਜ਼ੋਰੀ ਹੈ। ਤੇ ਸਤਿਗੁਰਾਂ ਨੇ ਕੇਵਲ ਇਹਨਾਂ ਹੀ ਚੀਜ਼ਾਂ ਨੂੰ ਸਾਡੇ ਸਾਹਮਣੇ ਰੱਖਿਆ। ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਵੀ ਸਾਨੂੰ ਇਹ ਬਿਮਾਰੀ ਹੈ, ਤੇ ਡਾਕਟਰ ਕਹਿੰਦਾ ਵੀ ਭਾਈ ਇਸ ਚੀਜ਼ਾਂ ਤੋਂ ਪਰਹੇਜ਼ ਕਰ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਵੇਂਗਾ ਤੇ ਤੂੰ ਠੀਕ ਰਵੇਂਗਾ। ਤੇਰੀ ਉਮਰ ਜਿੱਥੇ 5 ਸਾਲ ਹੈ ਉਹ ਵੱਧ ਸਕਦੀ ਹੈ। ਤੇ ਜੇਕਰ ਤੂੰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ, ਹੁਣ ਸ਼ੂਗਰ ਵਾਲਾ ਜਿਹੜਾ ਮਰੀਜ਼ ਹੈ, ਹੁਣ ਉਹਨੂੰ ਦੱਸਿਆ ਨਾ ਵੀ ਤੇਰੇ ਅੰਦਰ ਘਾਟ ਕੀ ਹੈ, ਤੂੰ ਮਿੱਠਾ ਨਹੀਂ ਖਾਣਾ। ਇੱਕ ਚੀਜ਼ ਹੋ ਗਈ, ਇੱਕ ਨੁਕਤਾ ਹੋ ਗਿਆ। ਤੇ ਹੁਣ ਉਹੀ ਬੰਦਾ ਹੁਣ ਮਿੱਠੇ ਨੂੰ ਖਾਈ ਜਾਵੇ ਤੇ ਦੂਜੇ ਪਾਸੇ ਆਕੇ ਵੀ ਸ਼ੂਗਰ ਨਹੀਂ ਘੱਟ ਹੁੰਦੀ ਪਈ, ਤੇ ਇਹਦਾ ਕੋਈ ਹੱਲ ਵੀ ਨਹੀਂ ਨਾ। ਡਾਕਟਰ ਨੇ ਸਾਨੂੰ ਇਲਾਜ ਦੱਸ ਦਿੱਤਾ ਹੈ, ਹੁਣ ਇਲਾਜ ਨੂੰ ਕਰਨਾ, ਦਵਾਈ ਨੂੰ ਖਾਣਾ ਸਾਡੇ ਹੱਥ ਦੇ ਵਿੱਚ ਹੈ। ਵੀ ਜਿੰਨੇ ਸਮੇਂ ਤੱਕ ਉਸ ਪਰਹੇਜ਼ ਨੂੰ ਅਸੀਂ ਮੰਨ ਲਵਾਂਗੇ ਓਨੇ ਸਮੇਂ ਤੱਕ ਉਹ ਠੀਕ ਰਹੇਗਾ, ਨੋਰਮਲ ਰਹੇਗਾ। ਤੇ ਜਦੋਂ ਉਹਦੇ ਤੋਂ ਬਾਹਰ ਹੋ ਜਾਵਾਂਗੇ, ਉਹਨੂੰ ਮੰਨਾਂਗੇ ਨਹੀਂ, ਤੇ ਇਹ ਜਿਹੜੇ ਰੋਗ ਨੇ ਇਹ ਵੱਧ ਵੀ ਸਕਦੇ ਨੇ। ਉਹੀ ਊਣਤਾਈਆਂ ਨੂੰ ਸਤਿਗੁਰਾਂ ਨੇ ਬਿਆਨ ਕੀਤਾ ਹੈ। ਅਸ਼ਟਪਦੀ ਸਭ ਤੋਂ ਪਹਿਲਾਂ ਹੁਣ ਅਪਰਸ ਦੀ ਗੱਲ ਕਰਨਗੇ ਵੀ ਅਪਰਸ ਕੌਣ ਹੈ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ਼। ਮਿਥਿਆ ਦਾ ਅਰਥ ਹੈ ਝੂਠ ਬੋਲਣਾ, ਝੂਠ ਬੋਲਣਾ। ਵੀ ਉਹ ਰਸਨਾ ਜਿਸ ਨੂੰ ਝੂਠ ਪਉ ਵੀ ਨਹੀਂ ਸਕਦਾ, ਜਿਸ ਰਸਨਾ ਦੇ ਉੱਤੇ ਕਦੇ ਝੂਠ ਨਾ ਆਇਆ ਹੋਵੇ। ਜਦੋਂ ਰਸਨਾ ਤੋਂ ਕੋਈ ਸ਼ਬਦ ਨਿਕਲਿਆ ਹਮੇਸ਼ਾ ਸੱਚ ਹੀ ਨਿਕਲੇ, ਤੇ ਸੱਚ ਤੋਂ ਬਿਨਾ ਕੋਈ ਸ਼ਬਦ ਨਾ ਨਿਕਲੇ। ਮਨ ਮਹਿ ਪ੍ਰੀਤ ਨਿਰੰਜਨ ਦਰਸ਼, ਤੇ ਮਨ ਦੇ ਵਿੱਚ ਤਾਂਘ ਹੋਵੇ ਕਿਸ ਚੀਜ਼ ਦੀ, ਪਰਮਾਤਮਾ ਦੇ ਦਰਸ਼ਨਾਂ ਦੀ। ਵੀ ਮਨ ਦੇ ਵਿੱਚ ਪ੍ਰੀਤ ਹੈ ਤੇ ਦੂਜੇ ਪਾਸੇ ਦਰਸ਼ਨਾਂ ਦੀ ਵੀ ਤਾਂਘ ਹੈ, ਮਨ ਨੂੰ ਲੱਗੀ ਹੋਈ ਹੈ। ਪਰ ਤਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਪਰ ਤਰੇ ਤੱਤਾ ਰਾਰੇ ਨਿਸਾਰੀ ਤਰੇ,
ਪਰਤਰੇ ਦਾ ਅਰਥ ਹੈ ਪਰਾਈ ਇਸਤਰੀ ਨੂੰ ਤੱਕਣਾ, ਪਰਾਈ ਧਨ ਨੂੰ ਵੇਖਣਾ। ਪਰਤਰੇ ਰੂਪ ਨਾ ਪੇਖੈ ਨੇਤਰ, ਤੇ ਜਿਹੜਾ ਆਪਣੀਆਂ ਅੱਖਾਂ ਦੇ ਨਾਲ ਦੂਸਰਿਆਂ ਨੂੰ ਮਾੜੇ ਢੰਗ ਦੇ ਨਾਲ ਨਹੀਂ ਦੇਖ ਰਿਹਾ, ਜਿਹਨੂੰ ਇਹ ਚੀਜ਼ ਜਿਹੜੀਆਂ ਅੱਖਾਂ ਨੇ ਮਾੜਾ ਨਹੀਂ ਵੇਖ ਰਹੀਆਂ, ਸਾਧ ਕੀ ਟਹਿਲ ਸੰਤ ਸੰਗ ਹੀਤ, ਤੇ ਸਦਾ ਉਹ ਗੁਰੂ ਦੀ ਸੰਗਤ ਦੇ ਵਿੱਚ, ਸਾਧੂ ਦੀ ਸੇਵਾ ਦੇ ਵਿੱਚ ਲੱਗਾ ਰਹੇ। ਉਹਦਾ ਮਨ ਸਦਾ ਸੇਵਾ ਕਰਨ ਦੇ ਵਿੱਚ, ਨਾਮ ਸਿਮਰਨ ਦੇ ਵਿੱਚ ਲੱਗਾ ਰਹੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਹੁਣ ਕਰਨ ਦਾ ਅਰਥ ਹੈ ਕੰਨ। ਕੰਨ ਕਦੀ ਵੀ ਕਿਸੇ ਦੀ ਨਿੰਦਿਆ ਨਾ ਸੁਣਨ। ਵੈਸੇ ਸਾਡਾ ਸੁਭਾਅ ਹੈ ਵੀ ਸਾਨੂੰ ਨਿੰਦਿਆ ਦੇ ਵਿੱਚੋਂ ਜ਼ਿਆਦਾ ਰਸ ਹੁੰਦਾ ਹੈ। ਇੱਕ ਆਪਾਂ ਸ਼ਬਦ ਵੀ ਪੜ੍ਹਦੇ ਹਾਂ ਨਾ ਵੀ ਨੌਵੇਂ ਪਾਤਸ਼ਾਹ ਜੀ ਦਾ ਮਨ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਸਮਝਾਉਣਾ ਕੀਤਾ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਇਹ ਬੰਦੇ ਦੇ ਰਸ ਬਣ ਗਏ ਨੇ, ਇੱਕ ਸੁਭਾਅ ਬਣ ਗਿਆ। ਜਿਸ ਜਗ੍ਹਾ ਦੇ ਉੱਤੇ ਸਾਨੂੰ ਪਤਾ ਹੈ ਵੀ ਇੱਥੇ ਚੁਗਲੀ ਹੋਵੇਗੀ, ਬੰਦਾ ਉੱਥੇ ਜਾ ਕੇ ਜ਼ਿਆਦਾ ਸਮਾਂ ਰੁਕਦਾ ਹੈ। ਵੀ ਸਾਨੂੰ ਸਵਾਦ ਆ ਰਿਹਾ ਵੀ ਦੂਸਰਿਆਂ ਦੇ ਨਿੰਦਿਆ ਸੁਣਨ ਦਾ, ਦੂਸਰਿਆਂ ਦੇ ਪਾਪਾਂ ਨੂੰ ਸੁਣਨ ਦਾ, ਉਹਦੀਆਂ ਬੁਰਾਈਆਂ ਨੂੰ ਸੁਣਨ ਦਾ ਸਾਨੂੰ ਸਵਾਦ ਹੁੰਦਾ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ, ਕਰਨ ਨਾ ਸੁਣੈ, ਕੰਨ ਸੁਣਦੇ ਨਹੀਂ, ਕਾਹੂ ਕੀ ਨਿੰਦਾ, ਕਿਸੇ ਦੀ ਨਿੰਦਿਆ ਨਹੀਂ ਸੁਣਦੇ। ਸਭ ਤੇ ਜਾਣੈ ਆਪਸ ਕੋ ਮੰਦਾ, ਤੇ ਦੂਜੇ ਪਾਸੇ ਸਾਰਿਆਂ ਦੇ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਮਾੜਾ ਸਮਝੇ, ਵੀ ਮੇਰੇ ਵਰਗਾ ਕੋਈ ਬੁਰਾ ਵੀ ਨਹੀਂ, ਵੀ ਮੇਰੇ ਵਰਗਾ ਕੋਈ ਬੁਰਾ ਨਹੀਂ, ਮੈਂ ਕਿਸੇ ਤੋਂ ਭਲਾ ਨਹੀਂ, ਸਭ ਮੇਰੇ ਤੋਂ ਚੰਗੇ ਨੇ। ਜੇਕਰ ਸਭ ਤੋਂ ਬੁਰਾ ਵਾ ਮੈਂ ਆ, ਭਾਵ ਇੱਕ ਨਿਮਰਤਾ ਆ ਗਈ ਬੰਦੇ ਦੇ ਅੰਦਰ। ਤੇ ਜਿਹੜਾ ਮਨੁੱਖ ਨਿਮਰਤਾ ਦੇ ਵਿੱਚ ਰਹੇਗਾ, ਕੰਨਾਂ ਦੇ ਨਾਲ ਮਾੜਾ ਸੁਣਦਾ ਨਹੀਂ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ। ਹੁਣ ਗੁਰੂ ਦੀ ਕਿਰਪਾ ਦੇ ਨਾਲ ਵਿਖਿਆ ਪਰ ਹਰੈ, ਮਾਇਆ ਦੇ ਪ੍ਰਭਾਵ ਤੋਂ ਦੂਰ ਰਹਿੰਦਾ ਹੈ, ਮਾਇਆ ਨੂੰ ਪਹੁੰਚ ਨਹੀਂ ਦਿੰਦਾ, ਮਾਇਆ ਦਾ ਪ੍ਰਭਾਵ ਨਹੀਂ ਪੈਣ ਦਿੰਦਾ। ਮਨ ਕੀ ਬਾਸਨਾ ਮਨ ਤੇ ਟਰੈ, ਮਨ ਦੇ ਅੰਦਰ ਵਿਕਾਰਾਂ ਦੀ ਜਿਹੜੀ ਵਾਸ਼ਨਾ ਹੈ, ਵਾਸ਼ਨਾ ਜਿਹੜੇ ਬੰਦੇ ਦੇ ਮਨ ਦੇ ਅੰਦਰ ਵਿਕਾਰ ਨੇ, ਪ੍ਰਭਾਵ ਪਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ, ਕੋਈ ਵੀ ਔਗਣ ਲਾ ਲਵੋ ਤੁਸੀਂ, ਨਿੰਦਿਆ ਲਾ ਲਵੋ, ਵੈਰ ਲਾ ਲਵੋ, ਚੁਗਲੀ ਲਾ ਲਵੋ, ਇਹ ਸਭ ਹੈ ਤੇ ਔਗਣ ਹੀ ਨਾ ਬੰਦੇ ਦੇ ਅੰਦਰ। ਵੀ ਜਿਸ ਦੇ ਮਨ ਦੇ ਅੰਦਰ ਇਹ ਪ੍ਰਭਾਵ ਨਹੀਂ ਪਾਉਂਦੇ, ਮਨ ਕੀ ਵਾਸਨਾ, ਮਨ ਦੇ ਵਿਕਾਰਾਂ ਦੀ ਜਿਹੜੀ ਵਾਸਨਾ ਮਨ ਤੇ ਟਰੈ, ਮਨ ਤੋਂ ਦੂਰ ਰੱਖਦਾ, ਭਾਵ ਇਹਦਾ ਪ੍ਰਭਾਵ ਮਨ ਦੇ ਉੱਪਰ ਨਹੀਂ ਪੈਣ ਦਿੰਦਾ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੀ ਕੋ ਐਸਾ ਅਪਰਸ਼। ਹੁਣ ਇੰਦਰੀ ਜੋ ਸਰੀਰਕ ਇੰਦਰੀ ਨੇ, ਜਿੱਤ ਕੇ ਉਹਨਾਂ ਨੂੰ ਜਿੱਤ ਕੇ ਪੰਚ ਦੋਖ ਤੇ ਰਹਿਤ, ਪੰਜਾਂ ਵਿਕਾਰਾਂ ਤੋਂ ਰਹਿਤ ਰਹਿੰਦਾ ਹੈ। ਜਿਹਨੇ ਆਪਣੇ ਮਨ ਦੇ ਉੱਤੇ ਕਾਬੂ ਪਾ ਲਿਆ, ਆਪਣੇ ਕਰਮ ਇੰਦਰੀਆਂ ਦੇ ਉੱਤੇ ਕਾਬੂ ਪਾ ਲਿਆ, ਹੱਥਾਂ ਤੇ, ਅੱਖਾਂ ਤੇ, ਕੰਨ ਤੇ, ਵੀ ਆਹੀ ਚੀਜ਼ਾਂ ਨੇ ਨਾ, ਵੀ ਇਹਨਾਂ ਨੂੰ ਕਾਬੂ ਦੇ ਵਿੱਚ ਕਰਕੇ ਪੰਚ ਦੋਖ ਤੇ ਰਹਿਤ, ਪੰਜਾਂ ਵਿਕਾਰਾਂ ਤੋਂ ਰਹਿਤ ਹੈ, ਪੰਜਾਂ ਵਿਕਾਰਾਂ ਦਾ ਪ੍ਰਭਾਵ ਨਹੀਂ ਪੈਣ ਦਿੰਦਾ। ਨਾਨਕ ਹੈ ਨਾਨਕ ਕੋਟ ਮਦੇ ਕੋ ਐਸਾ ਅਪਰਸ, ਹੈ ਨਾਨਕ ਇਹੋ ਜਿਹਾ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਟਾਵਾ, ਇਹੋ ਜਿਹਾ ਕੋਈ ਮਨੁੱਖ ਹੋ ਸਕਦਾ ਵੀ ਜਿਹੜਾ ਇਸ ਚੀਜ਼ ਨੂੰ ਪਰਸਨ ਨਹੀਂ ਦਿੰਦਾ। ਅੱਖਾਂ ਦੇ ਨਾਲ ਮਾੜਾ ਤੱਕਦਾ ਨਹੀਂ, ਰਸਨਾ ਨਾਲ ਮਾੜਾ ਬੋਲਦਾ ਨਹੀਂ, ਕੰਨਾਂ ਨਾਲ ਮਾੜਾ ਸੁਣਦਾ ਨਹੀਂ, ਮਨ ਦੇ ਵਿੱਚ ਮਾੜੇ ਵਿਚਾਰ ਨਹੀਂ ਲਿਆਉਂਦਾ, ਸਭ ਦੇ ਅੰਦਰ ਪ੍ਰਮਾਤਮਾ ਦਾ ਰੂਪ ਵੇਖ ਰਿਹਾ, ਸਭ ਦੇ ਅੰਦਰ ਪ੍ਰਮਾਤਮਾ ਨੂੰ ਵੇਖ ਰਿਹਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਭਾਈ, ਇਹ ਅਸਲ ਦੇ ਵਿੱਚ ਅਪਰਸ ਹੈ। ਵੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਨੂੰ ਛੂਹੋ ਨਾ, ਪਰ ਅਸਲ ਦੇ ਵਿੱਚ ਮਨ ਦੇ ਵਿੱਚ ਬੰਦਾ ਵਿਕਾਰ ਲੈ ਕੇ ਲਗਾ ਫਿਰਦਾ ਹੈ।
ਤਨ ਦੇ ਉੱਤੇ ਬੰਦਾ ਹੁਣ ਧਾਰਮਿਕ ਪਹਿਰਾਵਾ ਪਾ ਲਵੇ, ਉਹਦੇ ਨਾਲ ਕੁਝ ਨਹੀਂ ਹੋਣਾ ਜਿੰਨੇ ਸਮੇਂ ਤੱਕ ਬੰਦੇ ਦਾ ਮਨ ਨਹੀਂ ਸਾਫ਼। ਅੱਗੇ ਹੁਣ ਦੂਸਰੀ ਜਿਹੜੀ ਬੰਦ ਹੈ, ਇਹਦੇ ਵਿੱਚ ਹੁਣ ਵੈਸ਼ਨੋ ਦੀ ਗੱਲ ਕੀਤੀ ਹੈ। ਵੈਸ਼ਨਵ ਵੀ ਜਿਹੜਾ ਆਪਣੇ ਆਪ ਨੂੰ ਵੈਸ਼ਨੋ ਕਹਿੰਦਾ ਵੀ ਮੈਂ ਕਦੇ ਕਿਸੇ ਦੀ ਜੀਵ ਹੱਤਿਆ ਨਹੀਂ ਕਰਦਾ। ਵੀ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਨਾ, ਗੁਰੂ ਅਮਰਦਾਸ ਪਾਤਸ਼ਾਹ ਨੂੰ ਵੈਸ਼ਨਵ ਸਾਧ ਮਿਲਦਾ, ਉਸੇ ਹੀ ਚੀਜ਼ ਦਾ, ਉਸੇ ਹੀ ਫਿਰਕੇ ਦੀ ਗੱਲ ਚੱਲਦੀ ਪਈ ਹੈ। ਵੈਸ਼ਨਵ ਹੈ ਕਿਹੜਾ? ਵੀ ਜਿਹੜਾ ਕਹਿੰਦਾ ਸੀ ਵੀ ਮੈਂ ਤੇ ਤੇਰੇ ਹੱਥ ਦਾ ਖਾ ਕੇ, ਤੇਰੇ ਘਰ ਦੇ ਵਿੱਚ ਤੇਰੇ ਤੋਂ ਸੇਵਾ ਕਰਾ ਕੇ ਮੇਰੇ ਕਰਮ ਜਪ ਤਪ ਸਭ ਭ੍ਰਿਸ਼ਟ ਹੋ ਗਏ। ਵੀ ਇੱਦਾਂ ਹੋ ਸਕਦਾ? ਵੀ ਮੰਨ ਲਓ ਮੈਂ ਚੰਗਿਆਈ ਕੀਤੀ ਹੈ, ਚੰਗਾ ਕੰਮ ਕੀਤਾ, ਜਾਂ ਤੁਸੀਂ ਚੰਗਾ ਕੰਮ ਕੀਤਾ ਹੈ, ਹੁਣ ਕਿਸੇ ਦੇ ਹੱਥ ਦਾ ਖਾ ਲਈਏ ਵੀ ਅਸੀਂ ਆਖੀਏ ਵੀ ਮੇਰਾ ਤੇ ਸਭ ਕੁਝ ਨਸ਼ਟ ਹੋ ਗਿਆ। ਮੈਂ ਤਾਂ ਸਵੇਰੇ ਬਾਣੀ ਪੜ੍ਹੀ ਹੈ, ਗੁਰਦੁਆਰੇ ਗਿਆ ਸਾਂ, ਸਾਡੇ ਕਰਮ ਸਾਡੇ ਨੇ, ਅਸੀਂ ਚੰਗਾ ਕਰ ਰਹੇ ਹਾਂ, ਸਾਨੂੰ ਚੰਗੇ ਦਾ ਫਲ ਮਿਲਣਾ ਹੈ। ਜਿਹੋ ਜਿਹਾ ਕੋਈ ਬੀਜੇਗਾ ਫਲ ਉਹੋ ਜਿਹਾ ਮਿਲਣਾ ਹੈ। ਇੱਕ ਖੇਤ ਦੇ ਵਿੱਚ ਹੁਣ ਕਿਸਾਨ ਨੇ ਫਸਲ ਬੀਜੀ ਹੈ, ਦੂਜੇ ਨੇ ਖਾਲੀ ਛੱਡ ਦਿੱਤਾ ਹੈ, ਤੇ ਹੁਣ ਜਿਹੜਾ ਤੇ ਫਸਲ ਬੀਜੀ ਆ ਉਹਨੂੰ ਤੇ ਫਲ ਮਿਲੇਗਾ ਹੀ ਨਾ। ਜਿਹੜੇ ਖਾਲੀ ਛੱਡਿਆ ਉਹਦੇ ਵਿੱਚ ਕਾਈਆਂ ਨੇ ਜਿਹੜੇ ਖਾਲੀ ਘਾਹ ਹੈ ਵੀ ਉਹੀ ਉੱਗੇਗਾ। ਹੁਣ ਬਾਅਦ ਦੇ ਵਿੱਚ ਰੌਲਾ ਪਾਈ ਜਾਵੇ, ਬਾਅਦ ਦੇ ਵਿੱਚ ਆਖੀ ਜਾਵੇ ਵੀ ਇਹਦੀ ਫਸਲ ਚੰਗੀ ਨਿਕਲੀ ਹੈ, ਇਹਨੂੰ ਫਲ ਮਿਲ ਗਿਆ ਤੇ ਮੈਨੂੰ ਫਲ ਨਹੀਂ ਮਿਲਿਆ, ਵੀ ਇਹ ਸੁੱਖ ਭੁਗਤ ਰਿਹਾ ਤੇ ਮੈਂ ਦੁੱਖ ਭੁਗਤ ਰਿਹਾ। ਇਹ ਤੇ ਸਾਡੇ ਕਰਮ ਆਪਣੇ ਨੇ, ਤੇ ਕੋਈ ਕਿਸੇ ਦੇ ਕੁਝ ਕੀਤਿਆਂ ਵੀ ਕਿਸੇ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਤੇ ਇੱਥੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਵੀ ਆਪਣੇ ਆਪ ਨੂੰ ਵੈਸ਼ਨਵ ਅਖਵਾਉਣ ਵਾਲਾ, ਵੀ ਉਹਦੇ ਅੰਦਰ ਹੁਣ ਊਨਤਾਈਆਂ ਨੇ ਤੇ ਉਹ ਪੂਰੀਆਂ ਕਿਵੇਂ ਹੋ ਸਕਦੀਆਂ ਨੇ? ਪੂਰਾ ਕਿਹੜਾ ਹੈ ਤੇ ਕਿਵੇਂ ਪੂਰਾ ਹੋ ਸਕਦਾ ਹੈ? ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਪਿੰਨ। ਹੁਣ ਸਭ ਤੋਂ ਪਹਿਲੀ ਪੰਕਤੀ ਦੇ ਵਿੱਚ ਹੀ ਗੱਲ ਦੱਸ ਦਿੱਤੀ ਸੀ, ਉਹ ਵੈਸ਼ਨਵ ਸੋ ਜਿਸ ਉੱਪਰ ਸੋ ਪ੍ਰਸੰਨ, ਜਿਸ ਉੱਪਰ ਪਰਮਾਤਮਾ ਪ੍ਰਸੰਨ ਹੈ। ਇੱਕ ਵਿਸ਼ਨੂੰ ਦਾ ਭਗਤ ਵੀ ਦੱਸਿਆ, ਇਹਦੇ ਅਰਥ ਜਿਹੜੇ ਨੇ ਵੀ ਉਹ ਵਿਸ਼ਨੂੰ ਦਾ ਭਗਤ ਵੀ ਕੀਤਾ। ਇੱਧਰ ਵੇਖੋ ਜੀ 15 ਨੰਬਰ ਜੀ, ਵਿਸ਼ਨੂੰ ਦਾ ਉਪਾਸ਼ਕ। ਪਰ ਅਸਲ ਵੈਸ਼ਨੋ ਉਹ ਹੈ ਜਿਸ ਤੇ ਉਹ ਹਰੀ ਪ੍ਰਸੰਨ ਹੁੰਦਾ ਹੈ। ਤੇ ਭਾਈ ਵੀਰ ਸਿੰਘ ਜੀ ਦੇ ਜਦੋਂ ਅਰਥਾਂ ਨੂੰ ਪੜ੍ਹਦੇ ਆ ਨਾ, ਉਹਨਾਂ ਨੇ ਇੱਥੇ ਵੈਸ਼ਨੋ ਦੇ ਜਿਹੜੇ ਵੈਸ਼ਨੋ ਦੇ ਅਰਥ ਨੇ, ਉਹ ਪਰਮਾਤਮਾ ਦਾ ਸਰਬ ਵਿਆਪਕ ਪਰਮਾਤਮਾ ਦਾ ਦਾਸ ਵੀ ਦੱਸਿਆ, ਉਹਦਾ ਸੇਵਕ ਵੀ, ਉਹਦਾ ਉਪਾਸ਼ਕ ਵੀ ਦੱਸਿਆ। ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਪਰਮਾਤਮਾ ਦਾ ਜਿਹੜਾ ਉਪਾਸ਼ਕ ਹੈ ਉਹਦੀ ਗੱਲ ਕਰਦੇ ਪਏ ਨੇ, ਵੀ ਉਹ ਹੈ ਉਹਦੇ ਉੱਤੇ ਉਹ ਅਸਲ ਦੇ ਵਿੱਚ ਵੈਸ਼ਨਵ ਹੈ ਜਿਹਦੇ ਉੱਤੇ ਪਰਮਾਤਮਾ ਪ੍ਰਸੰਨ ਹੈ। ਵਿਸ਼ਨ ਕੀ ਮਾਇਆ ਤੇ ਹੋਏ ਪਿੰਨ, ਤੇ ਇਸ ਸੰਸਾਰ ਦੀਆਂ ਜਿਹੜੀਆਂ ਮਾਈਆਂ ਨੇ, ਇਹ ਮਾਇਆ ਇਹਦੇ ਤੋਂ ਉਹ ਭਿੰਨ ਰਹਿੰਦਾ, ਇਹਦਾ ਪ੍ਰਭਾਵ ਨਹੀਂ ਪੈਣ ਦਿੰਦਾ। ਕਰਮ ਕਰਤ ਹੋਵੈ ਨਹਿ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਹੁਣ ਕਰਮ ਵੀ ਕਰਦਾ ਹੋਇਆ, ਕਰਮ ਵੀ ਕਰ ਰਿਹਾ ਤੇ ਪਰ ਮਨ ਦੇ ਵਿੱਚ ਕਿਸੇ ਫਲ ਦੀ ਕੋਈ ਲਾਲਸਾ ਨਹੀਂ, ਨਿਸ਼ਕਾਮ ਹੋ ਕੇ ਸੇਵਾ ਕਰਦਾ ਪਿਆ, ਨਿਹਕਰਮ ਹੋ ਕੇ ਉਹਦੇ ਮਨ ਦੇ ਵਿੱਚ ਕੋਈ ਫਲ ਨਹੀਂ ਰੱਖਦਾ ਪਿਆ। ਹਾਂ ਮੈਂ ਬਾਣੀ ਪੜ੍ਹੀ, ਇਹਦਾ ਫਲ ਮਿਲੇ ਕਿ ਨਾ ਮਿਲੇ। ਅਸੀਂ ਤੇ ਕਈ ਵਾਰੀ ਗੁਰੂ ਦੇ ਨਾਲ ਹੀ ਵਪਾਰ ਕਰਦੇ ਹਾਂ ਨਾ, ਵੀ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੀ ਨਾਰ ਵਿਹਾਰੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਇਸ ਸੰਸਾਰ ਦੇ ਅੰਦਰ ਕਰੋੜਾਂ ਸਾਡੇ ਵਰਗੇ ਨੇ ਜਿਹੜੇ ਮਾਲਕ ਨੂੰ ਯਾਦ ਕਰਦੇ ਨੇ। ਕਈ ਤੇ ਇਹੋ ਜਿਹੇ ਨੇ ਮੇਰੇ ਵਰਗੇ ਜਿਨ੍ਹਾਂ ਲਾਲਚ ਦੇ ਕਰਕੇ ਯਾਦ ਕਰਦੇ ਨੇ ਵੀ ਅਸੀਂ ਯਾਦ ਕਰਾਂਗੇ ਪਰਮਾਤਮਾ ਸਾਨੂੰ ਇਹ ਦੇਵੇਗਾ। ਇਸੇ ਕਰਕੇ ਹੀ ਅਸੀਂ ਗੁਰੂ ਦੇ ਨਾਲ ਸੌਦਾ ਕਰਦੇ ਹਾਂ ਨਾ, ਵੀ ਸਤਿਗੁਰੂ ਤੂੰ ਮੈਨੂੰ ਇਹ ਦਾਤ ਦੇ, ਮੈਂ ਤੇਰੇ ਤੇ ਇੰਨਾ ਪ੍ਰਸ਼ਾਦ ਚਾੜਾਂਗਾ। ਇੱਕ ਗੁਰੂ ਦੇ ਨਾਲ ਸੌਦਾ ਹੋ ਗਿਆ। ਅਸੀਂ ਕਿਸੇ ਨੂੰ ਕਹਿੰਦੇ ਆ ਵੀ ਤੂੰ ਮੈਨੂੰ ਆਹ ਚੀਜ਼ ਦੇ, ਮੈਂ ਤੈਨੂੰ ਇਹਦੇ ਬਦਲੇ ਆਹ ਚੀਜ਼ ਦੇਵਾਂਗਾ, ਤੇ ਫਰਕ ਤੇ ਕੋਈ ਨਾ ਰਿਹਾ ਨਾ। ਸਤਿਗੁਰੂ ਜੀ ਕਿਰਪਾ ਕਰਦੇ ਵੀ
ਗੁਰੂ ਦੇ ਕੋਲ ਤੂੰ ਅਰਦਾਸ ਕਰਨਾ ਹੈ, ਸਭ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਤੇ ਫਿਰ ਤੂੰ ਸੌਦਾ ਕਿਉਂ ਕਰੇਗਾ? ਕੋਟ ਮਦੇ ਕੋ ਬਿਰਲਾ ਸੇਵਕ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਸੇਵਕ ਹੈ ਜਿਹੜਾ ਨਿਸ਼ਕਾਮ ਹੋ ਕੇ, ਨਕਰਮ ਹੋ ਕੇ, ਬਿਨਾਂ ਫਲ ਰੱਖਦਿਆਂ ਹੋਇਆਂ ਪਰਮਾਤਮਾ ਨੂੰ ਸੇਵਦਾ। ਕੋਈ ਵਿਰਲਾ ਹੀ ਹੁੰਦਾ ਵੀ ਜਿਹਦੇ ਅੰਦਰ ਕੋਈ ਮਨ ਦੇ ਅੰਦਰ ਲਾਲਸਾ ਨਹੀਂ ਹੁੰਦੀ ਵੀ ਮੈਂ ਪਰਮਾਤਮਾ ਨੂੰ ਇਸ ਲਾਲਚ ਕਰਕੇ ਸਿਮਰਦਾ। ਕੋਈ ਲਾਲਸਾ ਨਹੀਂ ਹੈ। ਹੋਰ ਸਗਲੀ ਨਾਰ ਵਿਵਹਾਰੀ, ਤੇ ਉਹਦੇ ਤੋਂ ਬਿਨਾਂ ਹੋਰ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਸਾਰੇ ਜਿਹੜੇ ਨੇ ਉਹ ਵਿਵਹਾਰੀ ਵਪਾਰ ਕਰਦੇ ਪਏ ਨੇ, ਇੱਕ ਲਾਲਚ ਵਸ ਹੋ ਕੇ ਸਿਮਰਦੇ ਪਏ ਨੇ। ਇਹ ਤੇ ਹੁਣ ਸਤਿਗੁਰੂ ਜੀ ਕਿਰਪਾ ਕਰਦੇ ਵੀ ਉਹ ਵੈਸ਼ਨੂ ਹੈ ਵੀ ਜਿਹੜਾ ਕਰਮ ਤੇ ਕਰਦਾ ਪਿਆ ਪਰ ਮਨ ਦੇ ਵਿੱਚ ਫਲ ਦੀ ਇੱਛਾ ਨਹੀਂ ਰੱਖ ਰਿਹਾ। ਤਿਸ ਵੈਸ਼ਨੂ ਕਾ ਨਿਰਮਲ ਧਰਮ, ਹੁਣ ਉਸ ਦਾ ਜਿਹੜਾ ਧਰਮ ਹੈ ਉਹ ਨਿਰਮਲ ਹੈ, ਪਵਿੱਤਰ ਹੈ। ਧਰਮ ਦਾ ਅਰਥ ਆਪਾਂ ਫਰਜ਼ ਵੀ ਕਰਦੇ ਹਾਂ, ਜੋ ਆਪਣੇ ਫਰਜ਼ ਨਿਭਾ ਰਿਹਾ ਹੈ ਉਹ ਨਿਰਮਲ ਹੋ ਕੇ ਫਰਜ਼ ਨਿਭਾ ਰਿਹਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਹੁਣ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਬਿੰਦੀ ਲਾ ਕੇ ਬਾਂਛੈ, ਮਨ ਦੇ ਵਿੱਚ ਕਿਸੇ ਪ੍ਰਕਾਰ ਦੇ ਫਲ ਦੀ ਇੱਛਾ ਨਹੀਂ ਰੱਖਦਾ ਵੀ ਮੈਨੂੰ ਇਹ ਫਲ ਇਸ ਚੀਜ਼ ਦਾ ਪ੍ਰਾਪਤ ਹੋਵੇ। ਕੇਵਲ ਭਗਤ ਕੀਰਤਨ ਸੰਗ ਰਾਚੈ, ਬਸ ਉਹਦਾ ਇੱਕੋ ਹੀ ਕੰਮ ਬਣਦਾ ਹੈ, ਕੀ ਹੈ ਵੀ ਉਹ ਹਰ ਸਮੇਂ ਪਰਮਾਤਮਾ ਦਾ ਕੀਰਤਨ, ਜਿਹਨੂੰ ਪਰਮਾਤਮਾ ਦੇ ਗੁਣਾਂ ਨੂੰ ਗਾਣਾ, ਸਿਫਤ ਸਲਾਹ ਕਰਦੇ ਰਹਿਣਾ, ਵੀ ਇਹੀ ਉਹਦਾ ਕਰਮ ਬਣ ਜਾਂਦਾ ਹੈ, ਇਹੀ ਉਹਦਾ ਕੰਮ ਬਣ ਜਾਂਦਾ। ਉਹ ਇਹਦੇ ਵਿੱਚ ਹੀ ਰਚਿਆ ਰਹਿੰਦਾ, ਪਿਆਰ ਪਾ ਕੇ ਰੱਖਦਾ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਹੁਣ ਮਨ ਦੇ ਵਿੱਚ ਵੀ, ਤਨ ਦੇ ਵਿੱਚ ਵੀ ਤੇ ਅੰਦਰ ਵੀ ਸਿਮਰਨ ਗੋਪਾਲ। ਗੋਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ ਪਰਮਾਤਮਾ। ਮਨ ਦੇ ਅੰਦਰ ਵੀ, ਤਨ ਦੇ ਅੰਦਰ ਵੀ, ਭਾਵ ਹਰ ਸਮੇਂ ਮਨ ਦੇ ਅੰਦਰ ਉਹ ਪਰਮਾਤਮਾ ਨੂੰ ਯਾਦ ਕਰਦਾ, ਉਹਦਾ ਸਿਮਰਨ ਕਰਦਾ ਰਹਿੰਦਾ। ਸਭ ਉਪਰ ਹੋਵਤ ਕਿਰਪਾਲ, ਤੇ ਸਾਰਿਆਂ ਦੇ ਉੱਪਰ ਦਇਆ ਹੀ ਕਰਦਾ। ਜੇਕਰ ਕੋਈ ਉਹਦੇ ਨਾਲ ਬੁਰਾ ਵੀ ਕਰ ਰਿਹਾ ਨਾ, ਉਹ ਉਹਦਾ ਬੁਰਾ ਨਹੀਂ ਕਰਦਾ, ਬੁਰਾ ਨਹੀਂ ਚਿਤਵਤਾ, ਉਹਦਾ ਸਦਾ ਭਲਾ ਕਰੇਗਾ। ਜਿਹਦੇ ਵੱਲ ਉਹ ਮਿਹਰ ਦੀ ਨਜ਼ਰ ਕਰਦਾ ਹੈ ਵੀ ਹਰ ਦੇ ਉੱਪਰ ਦਇਆ ਦੇ ਨਾਲ ਹੀ ਵੇਖਦਾ, ਕੋਈ ਵੈਰ ਭਾਵਨਾ ਦੇ ਨਾਲ ਨਹੀਂ ਵੇਖ ਰਿਹਾ, ਸਾਰਿਆਂ ਦੇ ਉੱਤੇ ਉਹ ਮਿਹਰ ਕਰਦਾ ਹੈ। ਆਪ ਦ੍ਰਿੜੈ ਅਵਰਾ ਨਾਮ ਜਪਾਵੈ, ਆਪ ਤੇ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲਿਆ। ਅਵਰੈ, ਅਵਰਾ ਆਏਗਾ ਤੇ ਵੀ ਹੋਰਨਾਂ ਨੂੰ, ਬਹੁਵਚਨ ਦੀ ਗੱਲ ਆ ਗਈ, ਅਵਰੈ ਨਾਮ ਜਪਾਵੈ, ਵੀ ਹੋਰਨਾਂ ਨੂੰ ਵੀ ਪਰਮਾਤਮਾ ਦਾ ਨਾਮ ਜਪਾਉਂਦਾ। ਆਪ ਤੇ ਜਪ ਹੀ ਰਿਹਾ, ਆਪ ਤੇ ਜੁੜਿਆ ਹੀ ਹੋਇਆ ਤੇ ਹੋਰਨਾਂ ਨੂੰ ਵੀ ਜੋੜਨ ਦਾ ਯਤਨ ਕਰਦਾ। ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ, ਸਤਿਗੁਰੂ ਜੀ ਕਿਰਪਾ ਕਰਦੇ ਇਹੋ ਜਿਹਾ ਜਿਹੜਾ ਆਪਣੇ ਆਪ ਨੂੰ ਵੈਸ਼ਨਵ ਹੈ, ਇਹੋ ਜਿਹੇ ਕਰਮ ਕਰਦਾ ਹੈ, ਉਹ ਅਸਲ ਦੇ ਵਿੱਚ ਆਪਣੇ ਜੀਵਨ ਨੂੰ ਉੱਚਾ ਬਣਾ ਲੈਂਦਾ ਹੈ। ਪਰਮਗਤ ਜਿਹਨੂੰ ਅਸੀਂ ਕਹਿੰਦੇ ਹਾਂ ਪਰਮ ਅਵਸਥਾ, ਉੱਚਾ ਦਰਜਾ ਪ੍ਰਾਪਤ ਕਰ ਲੈਣਾ। ਪਰਮ ਅਵਸਥਾ ਕਿਵੇਂ? ਆਪਣੇ ਜੀਵਨ ਨੂੰ ਸੋਹਣਾ ਬਣਾ ਲੈਣਾ, ਜੀਵਨ ਦੇ ਵਿੱਚੋਂ ਗੁਣਾਂ ਦੀ ਖੁਸ਼ਬੂ ਆਉਣਾ, ਅੰਦਰੋਂ ਗੁਣਾਂ ਦੀ ਸੁਗੰਧੀ ਆਵੇ, ਅੰਦਰੋਂ ਸਾਡੇ ਅੰਦਰੋਂ ਗੁਣ ਜਿਹੜੇ ਉਹ ਝਲਕਦੇ ਹੋਣ। ਤੇ ਸਤਿਗੁਰੂ ਜੀ ਕਿਰਪਾ ਕਰਦੇ ਇਹੋ ਜਿਹਾ ਵੈਸ਼ਨੂ ਹੈ, ਉਹ ਪਰਮ ਅਵਸਥਾ ਦੀ ਪ੍ਰਾਪਤੀ ਕਰ ਲੈਂਦਾ, ਪਰਮ ਗਤ ਪਾ ਲੈਂਦਾ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਹੁਣ ਭਗਉਤੀ ਦਾ ਅਰਥ ਹੈ ਭਗਵਾਨ ਦਾ ਉਪਾਸ਼ਕ, ਭਗਵਾਨ ਨੂੰ ਸਿਮਰਨ ਵਾਲਾ, ਭਗਵਤ ਦਾ ਉਪਾਸ਼ਕ। ਵੀ ਇੱਥੇ ਭਗਵੰਤ ਦੀ ਭਗਤੀ ਦਾ ਰੰਗ ਚੜ੍ਹਿਆ ਹੈ ਜਿਹਦੇ ਉੱਤੇ,
परमात्मा का उपासक कह लवो, भगवंत परमात्मा का उपासक भी किहड़ा है? तो कहते वो असल दे विच परमात्मा का उपासक है जिहड़ा परमात्मा की भगती दे नाल प्यार करदा है, उहदे रंग दे विच रंगिया होया सगल त्याग है, सब कुछ त्याग दिता है विकारां नूं। ये नहीं भी संसार नूं त्याग के किते जंगलां दे विच चला गया, अपनियां जिम्मेवारियां तो भगौड़ा हो गया, जिम्मेवारियां नूं छड्ड दिता। ये नहीं, सगल त्यागया दा अर्थ है सब विकारां तो खलासी पा लई है। ते दुष्ट का संग ते माड़े दी संगत भी छड्ड दित्ती है। जो माड़े दी संगत सी पहलां करदा सी उहनूं छड्ड दिता, किसे कामी दी, किसे क्रोधी दी, लोभी दी, मोही दी, हंकारी दी, निंदिया करन वाले दी, चुगले करन वाले दी, वैर भावना रखण वाले दी, आई चीज़ां ने ना। हुण बंदा जैहो जी संगत करदा होएगा प्रभाव भी इहो जिहा पवेगा, जैसी संगत तैसी रंगत। संगत जैहो जी बंदा करेगा, चंगे गुणां वाले दी तुसीं संगत करके वेख लवो। हाँ जी, हाँ जी, हाँ जी, हाँ जी। इत्थे क्लीयर हो गया ना भी एक तो हुण उहदा उपासक भगवत दा, ते दूजे पासे तो अगे फिर दस दिता भगौती वो है जो जिसनों भगवंत हरि की भगती का रंग चढ़िया है। हाँ जी बिल्कुल, ये दोवें चीज़ां क्लीयर ने साढ़े सामने। बिल्कुल जी, ये चीज़ हाँ जी, हाँ जी, हाँ जी, इत्थे वो चीज़ स्पष्ट की है। भगवती कौन है? जिहड़ी परमात्मा का उपासक है, परमात्मा की भगती कर रहा है, परमात्मा नूं सिमर रहा है। हाँ सिमर कै वो तो जो आप अरदास है ना, अरदास दे विच हैगा, प्रथम भगवती सिमर कै गुरु नानक लई धियाई। भी इत्थे फिर हुण सतगुरु जी वो दस रहे ने सगल त्यागै दुष्ट का संग, भी माड़ियां दा संग छड्ड दिता, माड़ियां दी हुण संगत छड्ड दित्ती है, ते भगवंत दे नाल जुड़ गया, अकाल पुरख दे नाल जुड़ गया। मन ते बिनसै सगला परम, हुण मन दे विचों सारे भरम दूर हो गए ने। जदों एक दे नाल जुड़ गया दुविधा दूर हो गई, दुविधा खत्म हो गई। जदों बंदे दी दुविधा खत्म हुई है तो अंदर फिर भरम किस चीज़ का रहेगा? भरम भी जिहड़ा है वो खत्म हो जाता है। कर पूजै सगल पार ब्रह्म, फिर वो पूजा करता है किस मालक की? पार ब्रह्म की पूजा करता है। तो पूजै पार ब्रह्म सब विच व्यापक, पार ब्रह्म परमात्मा जिहड़ा सब दे विच व्यापक है, सब दे विच समाया होया है, ओदा ही सिमरन करदा है, ओदी ही पूजा करदा है। साध संग पापा मल खोवै, पापा नहीं पापा, पाप पापा बहुवचन है, पापा क्यों? पाप एक नहीं अनेका पापां की गल चलती है। साध संग पापा मल खोवै, साध संग पापा मल खोवै, तिस भगवती की मत उत्तम होवै। हुण साधु की संगत दे विच गुरमुखां की संगत करन दे नाल, गुरु की संगत करन दे नाल पापां मल खोवै, पापां की जिहड़ी मैल है इसनूं खत्म कर लैंदा है, मैल तो रहत हो जाता है, मैल धुती जाती है। जिन्हों असीं भी पढ़ते ना, महिमा साधु संग की सुनो मेरे मीता, मैल खोई कोट अग हरे। वही गल आ गई ना भी मैल खत्म हो गई। इत्थे वही गल आ गई साध संग पापां मल खोवै, उत्थे भी वो गल महिमा साध संगत की महिमा की है, सत संगत करन दी शोभा की है, महिमा नूं उत्थे भी बयान किया भी इत्थे भी गल कर रहे हैं।
मैल खोई कोट अग हरे, विकारां दी मैल खत्म हुई, करोड़ां पाप कटे गए, दूर हो गए। निर्मल भई चीता, ते मन हुण निर्मल हो गया, मन पवित्र हो गया। उही गल भी साध संग पापां मल खोवै। गुरु दी संगत दे विच, साधु दी संगत दे विच ਉਹ ਅਨੇਕਾਂ ਪਾਪ ਨੇ ਜਿਹੜੇ, ਜਿੰਨੇ ਪਾਪ ਜਿਨ੍ਹਾਂ ਦੇ ਕਰਕੇ ਮਨ ਨੂੰ ਮੈਲ ਲੱਗੀ ਹੋਈ ਹੈ। ਭਰੀ ਹੈ ਮਤ ਪਾਪਾਂ ਕੈ ਸੰਗ, ਮਤ ਪਾਪਾਂ ਦੇ ਨਾਲ ਭਰੀ ਹੋਈ ਹੈ ਬੰਦੇ ਦੀ। ਉਹ ਧੁੱਪ ਹੈ ਨਾਵੇਂ ਕਹਿਰਾ, ਉਹ ਧੁੱਪੇਗੀ ਕਿਵੇਂ? ਨਾਮ ਦੇ ਨਾਲ। ਤਿਸ ਭਗਉਤੀ ਕੀ ਮਤ ਊਤਮ ਹੋਵੇ। ਸਤਿਗੁਰੂ ਜੀ ਕਿਰਪਾ ਕਰਦੇ, ਇਹੋ ਜਿਹਾ ਜਿਹੜਾ ਉਪਾਸ਼ਕ ਹੈ, ਇਹੋ ਜਿਹਾ ਭਗਉਤੀ ਹੈ ਜਿਹੜਾ ਆਪਣੇ ਆਪ ਨੂੰ ਭਗਉਤੀ ਅਖਵਾਰੇ ਹੈ, ਤੇ ਉਹਦੀ ਜਿਹੜੀ ਮਤ ਹੈ ਉਹ ਉੱਤਮ ਹੋਵੇਗੀ, ਸ੍ਰਿਸ਼ਟ ਹੋਵੇਗੀ, ਉੱਚੀ ਹੋਵੇਗੀ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਵਿਸ਼ਨ ਪ੍ਰੀਤ। ਹੁਣ ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਭਗਵੰਤ ਦਾ ਦੁਆਰਾ ਤੋਂ ਫਿਰ ਉਹੀ ਵੀ ਹਰੀ, ਜਿਹੜੀ ਦਿਨ ਰਾਤ ਹਰ ਸਮੇਂ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ, ਟਹਿਲ ਕਰਦਾ ਰਹਿੰਦਾ, ਸੇਵਾ ਕਰਦਾ ਰਹਿੰਦਾ। ਸੇਵਾ ਕਰਨ ਦਾ ਮੀਨਿੰਗ ਇਹੀ ਹੋ ਗਿਆ ਨਾ, ਭਗਤੀ ਕਰਨਾ। ਜੋ ਪਰਮਾਤਮਾ ਨੇ ਉਪਦੇਸ਼ ਦਿੱਤਾ ਉਹਨੂੰ ਕਮਾ ਲਿਆ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ। ਮਨ ਤਨ ਅਰਪੈ ਵਿਸ਼ਨ ਪ੍ਰੀਤ, ਇੱਥੇ ਵਿਸ਼ਨ ਦਾ ਅਰਥ ਹੈ ਪਰਮਾਤਮਾ। ਜਿਸ ਨੇ ਆਪਣਾ ਮਨ ਤਨ ਗੁਰੂ ਨੂੰ ਅਰਪ ਕਰ ਦਿੱਤਾ ਹੈ, ਪਰਮਾਤਮਾ ਨੂੰ ਅਰਪ ਕਰ ਦਿੱਤਾ ਹੈ, ਤੇ ਉਹਦੇ ਨਾਲ ਪ੍ਰੀਤ ਪਾ ਕੇ ਬੈਠਾ ਹੋਇਆ। ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਹੁਣ ਹਰੀ ਦੇ ਜਿਹੜੇ ਚਰਨ ਨੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ। ਗੁਰੂ ਦੇ ਸ਼ਬਦ ਨੂੰ, ਪਰਮਾਤਮਾ ਦੀ ਸ਼ੋਭਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ, ਹਿਰਦੇ ਦੇ ਵਿੱਚ ਵਸਾ ਲਿਆ। ਜੋ ਗੁਰੂ ਨੇ ਉਪਦੇਸ਼ ਕੀਤਾ, ਜੋ ਪਰਮਾਤਮਾ ਨੇ ਸਾਨੂੰ ਉਪਦੇਸ਼ ਦਿੱਤਾ, ਸਮਝਾਇਆ ਹੈ, ਉਸ ਨੂੰ ਹੁਣ ਧਾਰਨ ਕਰ ਲਿਆ। ਤੇ ਸਤਿਗੁਰੂ ਜੀ ਕਿਰਪਾ ਕਰਦੇ ਵੀ ਇਹੋ ਜਿਹਾ ਜਿਹੜਾ ਮਨੁੱਖ ਹੈ, ਨਾਨਕ ਐਸਾ ਭਗਉਤੀ, ਇਹੋ ਜਿਹਾ ਜਿਹੜਾ ਭਗਉਤੀ ਹੈ, ਭਗਵੰਤ ਕੋ ਪਾਵੈ, ਉਹ ਫਿਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ। ਅੱਗੇ ਤੋਂ ਜਿਹੜਾ ਚੌਥਾ ਸ਼ਬਦ ਹੈ ਉਹ ਪੰਡਿਤ ਹੈ। ਵੀ ਪੰਡਿਤ ਕੌਣ ਹੈ? ਸਾਡੀ ਨਿਗਾਹ ਦੇ ਵਿੱਚ ਪੰਡਿਤ ਅਸੀਂ ਕਿਸ ਨੂੰ ਕਹਿੰਦੇ ਆ, ਤੇ ਪਰ ਸਤਿਗੁਰੂ ਜੀ ਕਿਸ ਨੂੰ ਪੰਡਿਤ ਕਹਿ ਰਹੇ ਨੇ? ਇਹਦੀ ਜਿਹੜੀ ਵਿਚਾਰ ਹੈ ਤੋਂ ਅਗਲੀ ਵਿਚਾਰ ਆਪਾਂ ਕੱਲ ਕਰਾਂਗੇ। ਵਿਚਾਰਾਂ ਦੀ ਸਮਾਪਤੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ